Yes, good morning students. Chapter number ਸਾਡੇ ਕੋਲ पेज number 75 ਉੱਡਣਾ ਸਿੱਖ ਮਿਲਖਾ ਸਿੰਘ। ਮਿਲਖਾ ਸਿੰਘ ਜੋ ਕਿ ਭਾਰਤ ਦਾ ਇੱਕ ਪ੍ਰਸਿੱਧ ਦੌੜਾਕ ਹੋਇਆ ਆ, ਉਹਦੇ ਨਾਮ ਦੇ ਨਾਲ ਉੱਡਣਾ ਸਿੱਖ ਲੱਗਾ ਆ। ਕਹਿਣ ਤੋਂ ਭਾਵ ਫਲਾਈਂਗ ਸਿੱਖ ਦੇ ਨਾਲ ਉਹਨੂੰ ਸੰਬੋਧਨ ਕੀਤਾ ਜਾਂਦਾ। ਇਹ ਉਹਦਾ ਜਿਹੜਾ ਸਨਮਾਨ ਆ ਉਹਨੂੰ ਮਿਲਿਆ ਸੀਗਾ ਜਦੋਂ ਇੰਡੀਆ ਅਤੇ ਪਾਕਿਸਤਾਨ ਦੀਆਂ ਖੇਡਾਂ ਹੋਈਆਂ ਸੀ, ਏਸ਼ੀਆਈ ਖੇਡਾਂ ਪਾਕਿਸਤਾਨ ਲਾਹੌਰ ਦੇ ਵਿੱਚ ਹੋਈਆਂ ਸੀ। ਉਦੋਂ ਉੱਥੋਂ ਦੇ ਅਨਾਊਂਸਰ ਨੇ ਉਹਨੂੰ ਇਹ ਖਿਤਾਬ ਦਿੱਤਾ ਸੀ। ਉਹਨੇ ਕਿਹਾ ਸੀਗਾ ਕਿ ਮਿਲਖਾ ਸਿੰਘ ਨੇ ਦੌੜ ਜਿਹੜੀ ਹੈ ਉੱਥੇ ਜਿਹੜੀ ਦੌੜ ਦੌੜੀ ਹੋਏਗੀ ਲਾਹੌਰ ਦੇ ਵਿੱਚ ਜਦੋਂ ਖੇਡਾਂ ਹੋਈਆਂ ਸੀ, ਕਿ ਉਹਨੇ ਦੌੜ ਕੇ ਨਹੀਂ ਪੂਰੀ ਕੀਤੀ ਸਗੋਂ ਉੱਡ ਕੇ ਪੂਰੀ ਕੀਤੀ ਹੈ। ਜਦੋਂ ਇਹ ਉੱਡਣਾ ਸ਼ਬਦ ਬੋਲ ਦਿੱਤਾ ਤੇ ਉਹਦੇ ਨਾਮ ਦੇ ਨਾਲ ਕੀ ਲੱਗ ਗਿਆ? ਉੱਡਣਾ ਸਿੱਖ ਮਿਲਖਾ ਸਿੰਘ, ਭਾਵ ਫਲਾਈਂਗ ਸਿੱਖ ਦੇ ਨਾਮ ਦੇ ਨਾਲ ਉਹ ਜਾਣਿਆ ਜਾਣ ਲੱਗ ਪਿਆ। ਸੋ ਸ਼ੁਰੂ ਕਰਦੇ ਹਾਂ ਜੀ। ਮਿਲਖਾ ਸਿੰਘ 70 ਮੁਲਕਾਂ ਦੇ ਮੁਕਾਬਲੇ ਦੀ ਦੌੜ ਦੌੜਿਆ। 70 ਮੁਲਕਾਂ 'ਚ ਨੋਟ ਕਰੋ ਕਿੰਨੇ ਕੰਟਰੀਆਂ ਦੇ ਵਿੱਚ, ਦੇਸ਼ਾਂ ਦੇ ਵਿੱਚ ਉਹ ਦੌੜਨ ਗਿਆ। 70 ਦੇ ਕਰੀਬ ਮੁਲਕਾਂ ਦੇ ਵਿੱਚ। ਮੁਲਕ ਕੀ ਹੈ? ਦੇਸ਼। 82 ਮੁਕਾਬਲਿਆਂ ਵਿੱਚ 79 ਵਾਰ ਉਹਨੂੰ ਜਿੱਤ ਨਸੀਬ ਹੋਈ। 82 ਠੀਕ ਹੈ। ਆਪਣੀ ਜ਼ਿੰਦਗੀ ਪੂਰੇ ਜੀਵਨ ਦੇ ਵਿੱਚ ਉਹਨੇ 82 ਮੁਕਾਬਲੇ ਖੇਡੇ ਤੇ ਜਿੱਤ ਕਿੰਨੀ ਵਾਰੀ ਹੋਈ ਉਹਦੀ? 79 ਵਾਰ। 79 ਮਤਲਬ 79। ਤੇ ਕਿੰਨੀਆਂ ਕੁ ਦੌੜਾਂ 'ਚ ਹਾਰਿਆ? ਹਾਂਜੀ, ਸਿਰਫ 3 ਦੌੜਾਂ 'ਚ ਹੀ ਉਹ ਹਾਰਿਆ, ਬਾਕੀ ਸਾਰੀਆਂ ਉਹਨੇ ਜਿੱਤੀਆਂ। ਅਜੇ ਤੱਕ ਏਸ਼ੀਆ ਦੀ ਧਰਤੀ ਉਹ ਜਿਹਾ ਹੋਰ ਦੌੜਾਕ ਪੈਦਾ ਨਹੀਂ ਕਰ ਸਕੀ। 1960 ਵਿੱਚ ਉਹਨੇ 400 ਮੀਟਰ ਦੀ ਦੌੜ 45.6 ਸੈਕਿੰਡ ਦੀ ਲਾਈ ਸੀ। ਨੋਟ ਕਰੋ ਓਲੰਪਿਕ ਖੇਡਾਂ ਦੇ ਵਿੱਚ ਇਹ ਸਭ ਤੋਂ ਘੱਟ ਸਮਾਂ ਸੀ ਮਿਲਖਾ ਸਿੰਘ ਦੇ ਵੱਲੋਂ ਕਿ 45.6 ਸੈਕਿੰਡ ਦੇ ਵਿੱਚ ਉਹ ਦੌੜ ਜਿੱਤਿਆ ਸੀ, ਜਦੋਂ ਉਹਨੇ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਤੇ ਇਸ ਰਿਕਾਰਡ ਨੂੰ ਹਲੇ ਤੱਕ ਕਿਸੇ ਨੇ ਵੀ ਨਹੀਂ ਤੋੜਿਆ। ਦੁਨੀਆ ਹਰ ਰੋਜ਼ ਤਰੱਕੀ ਕਰਦੀ ਹੈ, ਪਰ ਅੱਜ ਤੱਕ ਏਸ਼ੀਆ ਦਾ ਕੋਈ ਵੀ ਐਥਲੀਟ ਮਿਲਖਾ ਸਿੰਘ ਦੇ ਰਿਕਾਰਡ ਤੱਕ ਨਹੀਂ ਪਹੁੰਚ ਸਕਿਆ। 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਹਾਸਲ ਕਰਨ ਲਈ ਉਹਨੂੰ 30,000 ਮੀਲ ਦੌੜਨ ਦਾ ਅਭਿਆਸ ਕਰਨਾ ਪਿਆ। ਅੰਡਰਲਾਈਨ ਦਿਸ ਲਾਈਨ ਔਰ ਇੰਪੋਰਟੈਂਟ ਹੈ। ਇਹਦੇ ਉੱਪਰ 2 ਮਾਰਕਸ ਕੁਐਸਚਨ ਆਉਂਦਾ ਹੈ ਕਿ 400 ਮੀਟਰ ਦੀ ਦੌੜ ਦੌੜਨ ਲਈ ਉਹਨੂੰ ਕਿੰਨਾ ਅਭਿਆਸ ਕਰਨਾ ਪਿਆ, ਤੇ ਅਸੀਂ ਆਨਸਰ ਲਿਖਾਂਗੇ ਕਿ ਪੂਰੀ ਲਾਈਨ ਆ ਜਾਣੀ ਉਹਦੇ ਵਿੱਚ ਕਿ 400 ਮੀਟਰ ਦੀ ਦੌੜ ਵਿੱਚ ਜਗਤ ਪ੍ਰਸਿੱਧੀ ਪ੍ਰਾਪਤ ਕਰਨ ਲਈ ਮਿਲਖਾ ਸਿੰਘ ਨੂੰ 30,000 ਮੀਲ ਦੌੜ ਦਾ ਅਭਿਆਸ ਕਰਨਾ ਪਿਆ। ਭਾਵ ਬਹੁਤ ਹੀ ਲਗਾਤਾਰ ਉਹਨੇ ਦੌੜ ਕੇ 400 ਮੀਟਰ ਦੀ ਦੌੜ ਨੂੰ ਜਿੱਤਣ ਲਈ ਸੰਘਰਸ਼ ਕੀਤਾ ਸੀ। 400 ਮੀਟਰ ਦੀ ਦੌੜ ਜਿਹੜੀ ਹੁੰਦੀ ਹੈ, ਜਿਹੜੀ ਫੁੱਲ ਫਲੈਜ ਸਾਡੇ ਕੋਲ ਗਰਾਊਂਡ ਹੁੰਦੀ, ਵੱਡੀ ਗਰਾਊਂਡ ਹੁੰਦੀ ਹੈ, ਉਹਦਾ ਸਿਰਫ ਇੱਕੋ ਚੱਕਰ, ਟਰੈਕ ਦਾ ਇੱਕ ਚੱਕਰ ਜਿਹੜਾ ਉਹ 400 ਮੀਟਰ ਦਾ ਹੁੰਦਾ ਹੈ ਗਰਾਊਂਡ ਦਾ। ਇਸ ਅਦੁੱਤੀ ਮਨੁੱਖ ਦੀ ਜਨਮ ਮਿਤੀ ਦਾ ਕਿਸੇ ਨੂੰ ਵੀ ਨਹੀਂ ਪਤਾ। ਅਦੁੱਤੀ ਮਤਲਬ ਅਨੋਖਾ, ਵੱਖਰਾ ਹੀ ਖਿਡਾਰੀ ਸੀਗਾ, ਬੇਮਿਸਾਲ ਸੀਗਾ। ਉਹ ਆਪ ਵੀ ਇੰਨਾ ਕੁ ਜਾਣਦਾ ਹੈ ਕਿ ਉਹਦਾ ਬਚਪਨ ਪੱਛਮੀ ਪੰਜਾਬ ਦੇ ਮੁਜ਼ੱਫਰਗੜ੍ਹ ਵਿੱਚ ਕੋਟ ਅੱਦੂ ਦੇ ਨੇੜੇ ਪਿੰਡ ਗੋਬਿੰਦਪੁਰਾ ਵਿਖੇ ਬੀਤਿਆ। ਨੋਟ ਕਰ ਲਓ, ਉਹਦੇ ਮਾਤਾ ਪਿਤਾ ਦਾ ਜ਼ਿਆਦਾ ਕੋਈ ਜ਼ਿਕਰ ਨਹੀਂ ਹੈਗਾ, ਠੀਕ, ਔਰ ਉਹਦੀ ਜਨਮ ਤਿਥੀ ਵੀ ਨਹੀਂ ਪਤਾ, ਜਨਮ ਮਿਤੀ ਵੀ ਨਹੀਂ ਜ਼ਿਆਦਾ ਪਤਾ। ਸਿਰਫ ਇੰਨਾ ਕੁ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ 1947 ਦੀ ਵੰਡ ਤੋਂ ਪਹਿਲਾਂ ਦਾ ਉਹਦਾ ਜਨਮ ਆ, 10-12 ਸਾਲ ਪਹਿਲਾਂ ਦਾ, ਠੀਕ। ਉੱਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਹੋ ਸਕਦਾ ਉਹਦਾ ਜਨਮ ਜਿਹੜਾ ਆ 1935-36 ਦੇ ਲਗਭਗ ਹੋਇਆ ਹੋਵੇ। ਮਾਤਾ ਪਿਤਾ ਦਾ ਸਾਇਆ ਬਚਪਨ ਵਿੱਚ ਹੀ ਉੱਠ ਗਿਆ ਸੀ। ਮਾਤਾ ਪਿਤਾ ਜਦੋਂ ਛੋਟਾ ਸੀਗਾ, ਭੈਣ ਭਰਾ ਛੋਟੇ ਸਨ, 8 ਭੈਣ ਭਰਾ ਸਨ ਇਹ, ਉਦੋਂ ਤੋਂ ਹੀ ਉਹਦੇ ਦੋਨੋਂ ਮਾਤਾ ਪਿਤਾ ਜਿਹੜੇ ਡੈਥ ਹੋ ਗਈ ਸੀ, ਗੁਜ਼ਰ ਗਏ ਸਨ। ਉਸ ਦਾ ਪਾਲਣ ਪੋਸ਼ਣ ਵੱਡੀ ਭੈਣ ਨੇ ਕੀਤਾ। ਇਹ 8 ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਹਨਾਂ ਦਾ ਪਰਿਵਾਰ ਖੇਤੀ ਕਰਦਾ ਸੀ। ਉਹ 5 ਭਰਾ ਸਨ ਤੇ 3 ਭੈਣਾਂ। ਜਦੋਂ ਉਹਨਾਂ ਦੇ ਜੀਵਨ ਦੇ ਉੱਪਰ ਨੋਟ ਲਿਖਣਾ ਆ ਜਾਵੇ ਕਿ ਮਿਲਖਾ ਸਿੰਘ ਦੀ ਜੀਵਨ ਦੇ ਉੱਪਰ ਨੋਟ ਲਿਖੋ, ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ਾਂ ਨੂੰ ਮੈਂਸ਼ਨ ਕਰਨਾ ਆ। ਉਹਦੇ ਜਨਮ ਪਲੇਸ ਬਾਰੇ, ਜਗ੍ਹਾ ਬਾਰੇ ਦੱਸੀ ਹੋਈ ਆ, ਮੁਜ਼ੱਫਰਗੜ੍ਹ, ਠੀਕ ਹੈ, ਅੱਦੂ ਪਿੰਡ ਦੇ ਨੇੜੇ। ਔਰ ਉਹਦੇ ਭੈਣ ਭਰਾ ਕਿੰਨੇ ਸੀ? 8 ਭੈਣ ਭਰਾ, ਜਿਨ੍ਹਾਂ ਵਿੱਚ 5 ਭਰਾ ਸੀ ਤੇ 3 ਭੈਣਾਂ ਸੀ। ਤੇ ਮਿਲਖਾ ਸਿੰਘ ਜਿਹੜਾ ਸੀ ਉਹ ਸਭ ਤੋਂ
ਛੋਟਾ ਸੀ। ਪਿੰਡੋਂ 5-6 ਮੀਲ ਦੂਰ ਉਹ ਨੰਗੇ ਪੈਰੀ ਪੜ੍ਹਨ ਜਾਂਦਾ। ਤਪਦੀਆਂ ਧੁੱਪਾਂ ਵਿੱਚ ਰੇਤਲੇ ਰਾਹ ਉੱਤੇ ਪੈਰ ਭੁੱਜਦੇ ਤਾਂ ਉਹ ਦੌੜਨ ਲੱਗ ਪੈਂਦਾ। ਹੁਣ ਕਹਿੰਦੇ ਕਿ ਬਚਪਨ ਦੇ ਵਿੱਚ ਉਹਨੇ ਇੰਨੀ ਗਰੀਬੀ ਦੇਖੀ ਸੀ ਕਿ ਉਹਦੇ ਪੈਰ ਵੀ ਨੰਗੇ ਸਨ, ਪੈਰਾਂ ਦੇ ਵਿੱਚ ਉਹਦੇ ਗਰਮੀਆਂ ਦੇ ਵਿੱਚ ਕੋਈ ਚੱਪਲ ਵੀ ਨਹੀਂ ਸੀ ਹੁੰਦੀ। ਉਹ ਤਪਦੀਆਂ ਫਰਸ਼ਾਂ ਦੇ ਉੱਤੇ ਰੇਤ ਦੇ ਉੱਤੇ ਹੀ ਦੌੜ ਦੌੜ ਕੇ ਸਕੂਲ ਜਾਂਦਾ ਤੇ ਦੌੜਨ ਦੇ ਨਾਲ ਹੀ ਸਕੂਲ ਤੋਂ ਵਾਪਸ ਘਰ ਪਰਤਦਾ ਸੀ। ਤੇ ਕਦੇ ਕਦੇ ਉਹ ਕਿੱਕਰ ਦੀ ਛਾਵੇਂ, ਕਿੱਕਰ ਦਾ ਦਰਖਤ ਹੁੰਦਾ ਆ, ਠੀਕ, ਕੰਡੇ ਲੱਗੇ ਹੁੰਦੇ, ਫਲੀਆਂ ਹੁੰਦੀਆਂ ਉਹਨੂੰ ਪੀਲੇ ਰੰਗ ਦੀਆਂ ਲੱਗੀਆਂ। ਅੱਜ ਕੱਲ੍ਹ ਬਹੁਤ ਉਹ ਘਟ ਗਏ ਆ ਦਰਖਤ, ਪੁਰਾਣੇ ਟਾਈਮ 'ਚ ਬਹੁਤ ਰੇਤਲੇ ਇਲਾਕੇ 'ਚ ਹੁੰਦੇ ਸੀ ਜ਼ਿਆਦਾ। ਤੇ ਉਸ ਦਰਖਤ ਦੀ ਛਾਂ ਹੇਠ ਆਰਾਮ ਕਰਦਾ, ਆਪਣੇ ਪੈਰਾਂ ਨੂੰ ਥੋੜ੍ਹਾ ਜਿਹਾ ਆਰਾਮ ਦਿਵਾਉਂਦਾ। ਠੰਡੀ ਛਾਂ ਦੀ ਤਾਂਘ ਵਿੱਚ ਉਹ ਇਸ ਮਹਾਨ ਦੌੜਾਕ ਦੇ ਜੀਵਨ ਦੀਆਂ ਪਹਿਲੀਆਂ ਦੌੜਾਂ ਸਨ। ਹੁਣ ਇਹ ਬਚਪਨ ਦੇ ਵਿੱਚ ਹੀ ਜਿਹੜੀਆਂ ਸੁੱਤੇ ਸਿੱਧੋ ਦੌੜਾਂ ਦੌੜਿਆ ਹੋਇਆ ਆ ਕਿ ਦੌੜ ਕੇ ਸਕੂਲ ਚਲ ਜਾਣਾ, ਦੌੜ ਕੇ ਘਰ ਆ ਜਾਣਾ ਜਾਂ ਹੋਰ ਕੋਈ ਖੇਡਾਂ ਖੇਡਣੀਆਂ, ਇਹ ਜਿਹੜੀਆਂ ਉਹਦੀਆਂ ਦੌੜਾਂ ਸੀ ਉਹ ਉਹਦੇ ਜੀਵਨ ਦਾ ਪਹਿਲਾ ਪੜਾਅ ਸਨ। ਇੱਥੋਂ ਹੀ ਉਹਨੂੰ ਜਿਹੜੀ ਦੌੜਨ ਦੀ ਲਗਨ ਆ ਉਹ ਪੈਦਾ ਹੋਈ ਸੀ। 1947 ਵਿੱਚ ਦੇਸ਼ ਵੰਡ ਸਮੇਂ ਮਿਲਖਾ ਸਿੰਘ 7ਵੀਂ 8ਵੀਂ ਵਿੱਚ, ਨੋਟ ਕਰ ਲਓ ਇਸ ਚੀਜ਼ ਨੂੰ, ਪੜ੍ਹਦਾ ਸੀ। 1947 ਦੇ ਵਿੱਚ ਦੇਸ਼ ਵੰਡ ਹੋਈ ਸੀਗੀ, ਠੀਕ ਹੈ। ਉਸ ਸਮੇਂ ਦਾ ਲੇਖਕ ਨੇ ਵਰਣਨ ਕੀਤਾ ਆ ਕਿ ਉਹ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ, ਅੰਦਾਜ਼ਨ 7ਵੀਂ ਜਾਂ 8ਵੀਂ ਦੇ ਵਿੱਚ। ਤੇ ਉਸ 7ਵੀਂ 8ਵੀਂ 'ਚ ਪੜ੍ਹਨ ਵਾਲਾ ਵਿਦਿਆਰਥੀ ਕਿੰਨੀ ਕੁ ਏਜ ਦਾ ਹੁੰਦਾ ਆ? ਹਾਂਜੀ, ਕਿੰਨੀ ਕੁ ਏਜ ਦਾ ਹੁੰਦਾ ਆ? 12 13 14, 10 ਨਹੀਂ, 10 ਤਾਂ 5ਵੀਂ ਤੱਕ ਦਾ, 10 ਜਿਹੜਾ ਹੈ 5ਵੀਂ ਤੱਕ ਦਾ ਹੁੰਦਾ। ਹਾਂ, 12 13 14 ਇਹਦੇ ਲਾਗੇ ਛਾਗੇ, ਠੀਕ ਹੈ, 7ਵੀਂ 8ਵੀਂ ਵਿੱਚ ਪੜ੍ਹਨ ਵਾਲਾ, ਰਾਈਟ। ਉਹਦਾ ਵੱਡਾ ਭਰਾ ਮੱਖਣ ਸਿੰਘ ਮੁਲਤਾਨ ਫੌਜ ਵਿੱਚ ਸੀ। ਨੋਟ ਕਰੋ, ਵੱਡੇ ਭਰਾ ਦਾ ਨਾਮ ਇੱਕ ਦਾ ਮੈਂਸ਼ਨ ਕੀਤਾ ਗਿਆ ਆ, ਕੀ ਨਾਮ ਸੀ? ਮੱਖਣ ਸਿੰਘ, ਜੋ ਕਿ ਮੁਲਤਾਨ ਵਿਖੇ, ਮੁਲਤਾਨ ਵੀ ਪਾਕਿਸਤਾਨ ਦਾ ਸ਼ਹਿਰ ਹੈ, ਉੱਥੇ ਉਹ ਫੌਜ ਦੇ ਵਿੱਚ ਕੰਮ ਕਰਦਾ ਸੀ, ਭਰਤੀ ਸੀ। ਪਰ ਦੇਸ਼ ਦੇ ਦੰਗਿਆਂ ਨੇ ਉਹਦਾ ਜੀਵਨ ਹੀ ਬਦਲ ਦਿੱਤਾ। ਮਿਲਖਾ ਸਿੰਘ ਜਾਨ ਬਚਾਉਣ ਵਾਸਤੇ ਮੁਲਤਾਨ ਚਲਾ ਗਿਆ। ਉਸ ਸਮੇਂ ਦੇਸ਼ ਦੇ ਵਿੱਚ ਬਹੁਤ ਸਾਰੇ ਦੰਗੇ ਫਸਾਦ ਹੋ ਰਹੇ ਸਨ 1947 ਦੀ ਵੰਡ ਸਮੇਂ, ਤੇ ਉਹ ਮੁਜ਼ੱਫਰਗੜ੍ਹ ਤੋਂ ਫਿਰ ਉਹ ਆਪਣੇ ਭਰਾ ਦੇ ਕੋਲ ਮੁਲਤਾਨ ਵਿਖੇ ਹੀ ਚਲਾ ਗਿਆ ਸੀ। ਫਿਰ ਇੱਥੇ ਹੁਣ ਉਹਦੇ ਭਰਾ ਨੇ ਮਿਲਖਾ ਸਿੰਘ ਨੂੰ ਫੌਜ ਵਿੱਚ ਭਰਤੀ ਕਰਾਉਣ ਦੀ ਕਈ ਵਾਰ ਕੋਸ਼ਿਸ਼ ਕੀਤੀ, ਪਰ ਉਹ ਨਾਕਾਮਯਾਬ ਰਿਹਾ। ਅਖੀਰ ਫਿਰ ਉਸ ਨੂੰ ਕਾਫੀ ਸਮੇਂ ਬਾਅਦ ਕੋਸ਼ਿਸ਼ ਦੇ ਵਿੱਚ ਸਫਲਤਾ ਹਾਸਲ ਹੋਈ। ਇਹਦੇ ਵਿੱਚ ਹੁਣ ਇੱਥੇ ਲੇਖਕ ਦੱਸਦਾ ਆ ਕਿ ਉਹਨੂੰ ਫੌਜ ਦੇ ਵਿੱਚ ਭਰਤੀ ਹੋਣ ਲਈ ਮੁਸ਼ਕਲਾਂ ਕੀ ਆ ਰਹੀਆਂ ਸੀ। ਅੱਗੇ ਅਸੀਂ ਪੜ੍ਹਾਂਗੇ ਪੈਰੇ ਦੇ ਵਿੱਚ ਕਿ ਉਹ ਸਰੀਰਕ ਪੱਖੋਂ ਬਹੁਤ ਹੀ ਮਾੜਕੂ ਜਿਹਾ ਸੀਗਾ, ਕਮਜ਼ੋਰ ਜਿਹਾ ਸੀ। ਉਹਦਾ ਜਿਹੜਾ ਢਾਂਚਾ ਸੀਗਾ, ਸਰੀਰਕ ਬਣਤਰ ਸੀਗੀ, ਉਹ ਬਹੁਤ ਹੀ ਪਤਲੀ ਦਿੱਖ ਵਾਲੀ ਸੀਗੀ, ਜਿਹਦੇ ਕਰਕੇ ਫੌਜ ਦੇ ਵਿੱਚ ਕੁਝ ਰੂਲਸ ਹੁੰਦੇ ਆ। ਬਾਡੀ ਦਾ ਸਟਰਕਚਰ ਦਾ ਮਾਪ ਲਿਆ ਜਾਂਦਾ ਆ, ਮੇਜਰਮੈਂਟ ਕਰਦੇ, ਉਹਦੇ ਛਾਤੀ ਨੂੰ ਦੇਖਦੇ ਆ ਕਿ ਕਿੰਨੀ ਛਾਤੀ ਚੌੜੀ ਚਾਹੀਦੀ ਆ, ਕਿੰਨੀ ਸਟਰੋਂਗ ਚਾਹੀਦੀ ਆ, ਜਾਂ ਕਿੰਨਾ ਫਿਜ਼ੀਕਲੀ ਬੰਦਾ ਸਟਰੋਂਗ ਚਾਹੀਦਾ, ਤਾਂ ਉਹ ਫੌਜ ਵਿੱਚ ਭਰਤੀ ਕਰਦੇ ਸੀ। ਹੁਣ ਵੀ ਇੱਦਾਂ ਹੀ ਹੁੰਦੀ ਆ, ਭਰਤੀਆਂ ਇੱਦਾਂ ਹੀ ਹੁੰਦੀਆਂ ਕਿ ਨਹੀਂ? ਉਹਨਾਂ ਨੂੰ ਦੌੜਾ ਕੇ ਦੇਖਦੇ ਆ, ਉਹਦਾ ਸਾਹ ਦੇਖਦੇ ਆ, ਠੀਕ ਹੈ, ਸਾਰਾ ਕੁਝ ਦੇਖਿਆ ਜਾਂਦਾ ਸੀ। ਸੋ ਇਹਦੇ ਕਰਕੇ ਥੋੜ੍ਹਾ ਜਿਹਾ ਉਹਨੂੰ ਮੁਸ਼ਕਲਾਂ ਆਈਆਂ, ਪਰ ਹੌਲੀ ਹੌਲੀ ਉਹ ਠੀਕ ਹੋ ਗਿਆ। ਮਿਲਖਾ ਸਿੰਘ ਦੇ ਵੱਡੇ ਭਰਾ ਨੇ ਉਸ ਨੂੰ ਫੌਜ ਵਿੱਚ ਭਰਤੀ ਕਰਾਉਣ ਲਈ ਕਈ ਵਾਰ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਉਹਨਾਂ ਨੂੰ 1952 ਵਿੱਚ ਜਾ ਕੇ ਹੋਈ। ਕਈ ਵਾਰ ਉਹ ਫੌਜ ਦੇ ਵਿੱਚ ਗਿਆ, ਪਰ ਕਾਮਯਾਬੀ ਜਿਹੜੀ ਸੀ ਉਹਨੂੰ 52 ਦੇ ਵਿੱਚ ਆ ਕੇ ਮਿਲੀ। ਉਸ ਤੋਂ ਬਾਅਦ ਉਸ ਦਿਨ ਮਿਲਖਾ ਸਿੰਘ ਫੁੱਲਿਆ ਨਹੀਂ ਸੀ ਸਮਾਇਆ। ਉਸ ਦਿਨ ਜਦੋਂ ਉਹਨੂੰ ਭਰਤੀ ਮਿਲ ਗਈ ਤਾਂ ਉਦੋਂ ਉਹ ਫੁੱਲਿਆ ਨਹੀਂ ਸੀ ਸਮਾ ਰਿਹਾ। ਫੁੱਲਿਆ ਨਾ ਸਮਾਉਣਾ ਕੀ ਹੁੰਦਾ ਹੈ? ਹਾਂਜੀ, ਫੁੱਲਿਆ ਨਾ ਸਮਾਉਣਾ, ਬਹੁਤ ਜ਼ਿਆਦਾ ਖੁਸ਼ੀ ਹੋਣੀ ਕਿ ਉਹ ਭਰਤੀ ਹੋ ਗਿਆ ਹੈ। 1953 ਵਿੱਚ ਉਹਨੂੰ ਦੌੜ ਮੁਕਾਬਲਿਆਂ ਦਾ ਪਤਾ ਲੱਗਾ। ਫਿਰ 1953 ਦੇ ਵਿੱਚ ਜਾ ਕੇ ਉਸ ਨੂੰ ਦੌੜਾਂ ਦਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਦੌੜਾਂ ਦੇ ਮੁਕਾਬਲੇ ਵੀ ਹੁੰਦੇ ਨੇ। ਉਦੋਂ ਉਹਦੀ ਉਮਰ 20 ਕੁ ਸਾਲ ਤੋਂ ਉੱਪਰ ਹੋਵੇਗੀ। ਯੂਰਪ ਅਮਰੀਕਾ ਦੇ ਐਥਲੀਟ 20-22 ਸਾਲ ਦੀ ਉਮਰ ਵਿੱਚ ਹੀ ਆਪਣਾ ਸਿਖਰ ਛੋਹ ਲੈਂਦੇ ਹਨ।
ਲੇਖਕ ਕੀ ਕਹਿੰਦਾ ਹੈ ਕਿ ਜਿਹੜੀਆਂ ਦੂਸਰੀਆਂ ਕੰਟਰੀਆਂ ਦੇ ਖਿਡਾਰੀ ਨੇ, ਐਥਲੀਟ ਨੇ, ਉਹ 20-22 ਸਾਲ ਦੇ ਵਿੱਚ ਆਪਣਾ ਪੂਰਾ ਕਰੀਅਰ ਬਣਾ ਲੈਂਦੇ ਨੇ, ਆਪਣਾ ਪੂਰਾ ਭਵਿੱਖ ਦੇਖ ਲੈਂਦੇ ਨੇ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ। ਪਰ ਮਿਲਖਾ ਸਿੰਘ ਨੂੰ 20-22 ਸਾਲ ਦੀ ਉਮਰ ਦੇ ਵਿੱਚ ਆ ਕੇ ਪਤਾ ਲੱਗਾ ਕਿ ਕੋਈ ਦੌੜਾਂ ਵੀ ਦੌੜੀਆਂ ਜਾਂਦੀਆਂ ਹਨ, ਉਹਨਾਂ ਦੇ ਵੀ ਕੋਈ ਮੁਕਾਬਲੇ ਹੁੰਦੇ ਸਨ। ਫਿਰ ਵੀ ਉਹ ਕਾਫੀ ਸੰਘਰਸ਼ ਕਰਕੇ ਅੱਗੇ ਨਿਕਲਿਆ। ਸਰੀਰਕ ਪੱਖੋਂ ਮਿਲਖਾ ਸਿੰਘ ਕਮਜ਼ੋਰ ਸੀ। ਹੁਣ ਇਹ ਜਿਹੜਾ ਪੈਰਾਗ੍ਰਾਫ ਆ ਇਹ ਉਹਦਾ ਆਨਸਰ ਆਏਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਫੌਜ ਵਿੱਚ ਭਰਤੀ ਹੋਣ ਲਈ ਮਿਲਖਾ ਸਿੰਘ ਨੂੰ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਕਾਫੀ ਕਮਜ਼ੋਰ ਸੀ, ਛਾਤੀ ਦਾ ਘੱਟ ਨਾਪ ਉਹਦੇ ਲਈ ਫੌਜ ਵਿੱਚ ਭਰਤੀ ਹੋਣਾ ਵੱਡੀ ਰੁਕਾਵਟ ਸੀ। ਭਰਤੀ ਕਰਨ ਵਾਲੇ ਉਹਦੀ ਮਿਹਨਤੀ ਕਰਕੇ ਪਿੱਛੇ ਮੋੜ ਦਿੰਦੇ ਸਨ। ਠੀਕ, ਭਰਤੀ ਕਰਨ ਵੇਲੇ ਉਹਦੀ ਮਿਹਨਤੀ ਕੀਤੀ ਜਾਂਦੀ ਸੀ, ਸਰੀਰ ਦਾ ਮਾਪ ਲਿਆ ਜਾਂਦਾ ਸੀ, ਪਰ ਫੌਜ ਵਿੱਚੋਂ ਉਹਨੂੰ ਫਿਰ ਖਾਲੀ ਹੱਥ ਹੀ ਵਾਪਸ ਭੇਜ ਦਿੱਤਾ ਜਾਂਦਾ ਸੀ। ਰੰਗਰੂਟੀ ਕਰਨ ਵਾਲੇ ਜਵਾਨਾਂ ਦੀਆਂ ਖੇਡਾਂ ਹੋਈਆਂ। ਰੰਗਰੂਟੀ ਕਰਨੀ, ਇੱਧਰ ਉੱਧਰ ਘੁੰਮਣ ਵਾਲੇ ਜਿਹੜੇ ਜਵਾਨ ਆ, ਠੀਕ, ਕੋਈ ਕਿਤੇ ਡਿਊਟੀ 'ਤੇ ਜਾਂਦਾ ਸੀ, ਕੋਈ ਕਿਤੇ ਜਾਂਦਾ ਸੀ, ਅਤੇ ਉਹਨਾਂ ਜਵਾਨਾਂ ਦੀਆਂ ਫਿਰ ਫੌਜ ਦੇ ਵਿੱਚ ਖੇਡਾਂ ਕਰਵਾਈਆਂ ਗਈਆਂ। ਮਿਲਖਾ ਸਿੰਘ ਕ੍ਰਾਸ ਕੰਟਰੀ ਵਿੱਚ 6ਵੇਂ ਨੰਬਰ 'ਤੇ ਆਇਆ। ਕ੍ਰਾਸ ਕੰਟਰੀ ਪੂਰੇ ਦੇਸ਼ ਦੇ ਵਿੱਚ ਚੱਕਰ ਲਗਾਉਣਾ, ਦੌੜਨਾ, ਕ੍ਰਾਸ ਕੰਟਰੀ ਖੇਡਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਨਾ ਦੌੜਾਂ। ਉਹਦੇ ਵਿੱਚ ਕਹਿੰਦੇ ਕਿ ਉਹਨਾਂ ਨੇ ਦੇਖਿਆ ਕਿ ਜੇ ਬਿਨਾਂ ਅਭਿਆਸ ਕੀਤੇ ਤੋਂ 6ਵੇਂ ਨੰਬਰ 'ਤੇ ਆ ਸਕਦਾ ਆ ਅਤੇ ਹੋਰ ਵੀ ਵਧੀਆ ਦੌੜ ਜਿਹੜੀ ਦੌੜ ਸਕਦਾ ਆ। ਫਿਰ ਉਹਨੂੰ ਪੁੱਛਿਆ ਗਿਆ ਕਿ 400 ਮੀਟਰ ਦੌੜ ਲਏਗਾ, ਕੁਐਸਚਨ ਮਾਰਕ, ਠੀਕ ਹੈ। ਉਹਦੇ ਅਫਸਰਾਂ ਨੇ ਉਹਨੂੰ ਪੁੱਛਿਆ ਫਿਰ ਕਿ ਤੂੰ 400 ਮੀਟਰ ਦੀ ਦੌੜ ਦੌੜੇਗਾ। ਹੁਣ ਮਿਲਖਾ ਸਿੰਘ ਨੂੰ ਕਦੀ ਉਹਨੇ ਮੁਕਾਬਲਿਆਂ 'ਚ ਤਾਂ ਗਿਆ ਹੀ ਨਹੀਂ ਸੀਗਾ, ਹਿੱਸਾ ਹੀ ਨਹੀਂ ਲਿਆ, ਉਹਨੂੰ ਪਤਾ ਹੀ ਨਹੀਂ ਸੀਗਾ ਕਿ 400 ਮੀਟਰ ਦੀ ਦੌੜ ਕਿੰਨੀ ਹੁੰਦੀ ਹੈ। ਮਿਲਖਾ ਸਿੰਘ ਨੇ ਪੁੱਛਿਆ 400 ਮੀਟਰ ਦੀ ਦੌੜ ਕਿੰਨੀ ਹੁੰਦੀ ਹੈ। ਜਦੋਂ ਉਹਨੂੰ ਦੱਸਿਆ ਗਿਆ ਕਿ 400 ਮੀਟਰ ਟਰੈਕ ਦਾ ਇੱਕੋ ਚੱਕਰ ਹੁੰਦੀ ਹੈ ਤਾਂ ਉਹਨੇ ਕਿਹਾ 1 ਚੱਕਰ ਛੱਡ ਮੈਂ ਤਾਂ 10 ਚੱਕਰ ਲਾ ਸਕਦਾ। ਨੋਟ ਕਰੋ ਜੀ ਇਸ ਲਾਈਨ ਨੂੰ। ਉਹਦੇ ਅੰਦਰ ਇੰਨਾ ਕੁ ਵਿਸ਼ਵਾਸ ਸੀ, ਸੈਲਫ ਕੌਨਫੀਡੈਂਸ ਸੀ। ਉਹਨੂੰ ਜਦੋਂ ਇਹ ਸੁਣ ਕੇ ਪਤਾ ਲੱਗਾ ਕਿ 400 ਮੀਟਰ ਦੌੜਨਾ ਸਿਰਫ ਗਰਾਊਂਡ ਦਾ ਇੱਕੋ ਚੱਕਰ ਆ, ਟਰੈਕ ਆ, ਤਾਂ ਉਹ ਕੀ ਕਹਿੰਦਾ ਕਿ 1 ਚੱਕਰ ਕੀ ਮੈਂ ਤਾਂ 10 ਚੱਕਰ ਲਾ ਸਕਦਾ, ਵੀ ਇੰਨੀ ਤੇਜ਼ ਦੌੜਨ ਦੀ ਮੇਰੇ ਅੰਦਰ ਕਪੈਸਿਟੀ ਹੈਗੀ ਆ। ਫਿਰ ਉਸਤਾਦ ਨੇ ਸਮਝਾਇਆ ਕਿ ਇੱਕੋ ਚੱਕਰ ਵਿੱਚ 10 ਚੱਕਰਾਂ ਜਿੰਨਾ ਜ਼ੋਰ ਲਾ ਦੇਣਾ ਹੈ। ਹੁਣ ਉਹਦੇ ਉਸਤਾਦ ਜਿਹੜਾ ਕੋਈ ਉਹਨੂੰ ਕੋਈ ਸਿੱਖਿਆ ਦਿੰਦਾ ਹੋਏਗਾ, ਉਹਨੇ ਦੱਸਿਆ ਕਿ ਤੂੰ ਇੱਕੋ ਹੀ ਚੱਕਰ ਲਾਉਣਾ ਆ ਅਤੇ ਉਹ 10 ਨਹੀਂ ਦੌੜਨ ਦੀ ਲੋੜ ਹੈਗੀ, ਉੱਥੇ ਇੱਕੋ ਚੱਕਰ ਦੇ ਵਿੱਚ ਤੂੰ 10 ਜਿੰਨਾ ਜ਼ੋਰ ਜਿਹੜਾ ਆ ਉਹ ਲਗਾ ਦੇਣਾ ਹੈ ਦੌੜ ਨੂੰ ਜਿੱਤਣ ਦੇ ਲਈ। ਮਿਲਖਾ ਸਿੰਘ ਨੇ ਉਵੇਂ ਹੀ ਕੀਤਾ। ਆਪਣੀ ਕੰਪਨੀ ਵਿੱਚ ਪਹਿਲੇ ਨੰਬਰ 'ਤੇ ਆ ਗਿਆ। ਉਦੋਂ ਉਹਦਾ ਟਾਈਮ 1 ਮਿੰਟ 3 ਸੈਕਿੰਡ ਸੀ। ਇਸ ਪਿੱਛੋਂ ਉਹਦੇ ਧੁਰ ਅੰਦਰੋਂ ਸੁੱਤੀਆਂ ਸ਼ਕਤੀਆਂ ਜਾਗ ਪਈਆਂ। ਹੁਣ ਇਹ ਦੌੜ ਤੋਂ ਬਾਅਦ ਉਹਦੇ ਮਨ ਦੇ ਅੰਦਰ ਦੌੜਨ ਦੇ ਪ੍ਰਤੀ ਹੋਰ ਜਿਹੜੀ ਲਾਲਸਾ ਸੀ ਉਹ ਪੈਦਾ ਹੋਣੀ ਸ਼ੁਰੂ ਹੋ ਗਈ। ਫੌਜੀਆਂ ਵਾਲੀ ਸਧਾਰਨ ਦਾਲ ਰੋਟੀ ਖਾ ਉਹ ਦਿਨ ਰਾਤ ਦੌੜਨ ਦਾ ਅਭਿਆਸ ਕਰਨ ਲੱਗਾ। ਉਹਦੇ ਅਫਸਰ ਉਹਦੇ ਅੰਦਰ ਹੋਣਹਾਰ ਦੌੜਾਕ ਬਣਨ ਦੀਆਂ ਸੰਭਾਵਨਾਵਾਂ ਦੇਖਦੇ ਉਹਨੂੰ ਡਿਊਟੀ ਤੋਂ ਛੁੱਟੀ ਦੇ ਦਿੰਦੇ ਅਤੇ ਉਹ ਗਰਾਊਂਡ ਵਿੱਚ ਦੌੜਿਆ ਫਿਰਦਾ। ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉੱਥੋਂ ਦੇ ਅਫਸਰਾਂ ਨੇ ਹੁਣ ਉਹਦਾ ਸਾਥ ਦੇਣਾ ਸ਼ੁਰੂ ਕੀਤਾ। ਜਿਹੜੇ ਫੌਜ ਦੇ ਆਫੀਸਰ ਵੀ ਸੀਗੇ, ਆਰਮੀ ਦੇ ਆਫੀਸਰ ਸੀਗੇ, ਉਹਨਾਂ ਨੇ ਕਦੇ ਕਦੇ ਮਿਲਖਾ ਸਿੰਘ ਨੂੰ ਛੁੱਟੀ ਵੀ ਦੇ ਦੇਣੀ ਕਿ ਜਾ ਕੇ ਆਪਣਾ ਦੌੜਨ ਦਾ ਅਭਿਆਸ ਕਰ ਲੈ, ਅਤੇ ਉਸ ਨੂੰ ਕਈ ਵਾਰ ਹੱਲਾਸ਼ੇਰੀ ਵੀ ਦਿੰਦੇ। ਰਾਤ ਨੂੰ ਜਦੋਂ ਉਹਦੇ ਸਾਥੀ ਸੌਂ ਜਾਂਦੇ ਤਾਂ ਉਹ ਉਹਨਾਂ ਤੋਂ ਅੱਖ ਬਚਾ ਕੇ ਫੇਰ ਗਰਾਊਂਡ ਵਿੱਚ ਆ ਜਾਂਦਾ। ਹੁਣ ਬਾਕੀ ਦੇ ਸਾਰੇ ਖਿਡਾਰੀ ਪਲੇਅਰ ਸਭ ਸੁੱਤੇ ਪਏ ਨੇ ਜਵਾਨ, ਅਤੇ ਮਿਲਖਾ ਸਿੰਘ ਕੀ ਕਰਦਾ ਸੀ, ਰਾਤ ਨੂੰ ਗਰਾਊਂਡ ਦੇ ਵਿੱਚ ਆ ਕੇ ਦੌੜਨ ਦਾ ਅਭਿਆਸ ਕਰਦਾ ਸੀ ਇਕੱਲਾ ਹੀ। ਹਨੇਰੇ ਵਿੱਚ ਮੀਲ ਕੁ ਦੇ ਕਰੀਬ ਦੌੜਦਾ, ਫਿਰ ਬੈਠ ਜਾਂਦਾ, ਫਿਰ ਦੌੜਦਾ, ਫਿਰ ਬੈਠ ਜਾਂਦਾ। ਇਕੱਲਾ ਹੀ ਵਿਅਕਤੀ ਬਿਨਾਂ ਕਿਸੇ ਟ੍ਰੇਨਰ ਤੋਂ ਹੌਲੀ ਹੌਲੀ ਦੌੜਦਾ ਅਤੇ ਫਿਰ ਬਹਿ ਜਾਂਦਾ, ਫਿਰ ਦੌੜਦਾ। ਇਸ ਤਰ੍ਹਾਂ ਉਹ ਆਪਣੇ ਆਪ ਹੀ ਅਭਿਆਸ ਕਰਦਾ ਰਹਿੰਦਾ ਸੀ।
ਉਹਨੂੰ ਕੋਈ ਬਕਾਇਦਾ ਸਿਖਲਾਈ ਨਹੀਂ ਸੀ ਮਿਲ ਰਹੀ। ਆਖਰ ਥੱਕਿਆ ਟੁੱਟਿਆ ਉਹ ਮੰਜੀ ਹੇਠਾਂ ਪਲੇਟ ਨਾਲ ਢਕੀ ਰੋਟੀ ਖਾ ਕੇ ਸੌਂ ਜਾਂਦਾ ਸੀ। ਹੁਣ ਆਰਮੀ ਦੇ ਵਿੱਚ ਉਸ ਸਮੇਂ ਜਿਹੜੇ ਬਿਲਕੁਲ ਲੋ ਰੈਂਕ ਵਾਲੇ ਫੌਜੀ ਹੁੰਦੇ ਸੀ, ਉਹਨਾਂ ਨੂੰ ਰੋਟੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਨਹੀਂ ਸੀ ਦਿੱਤੀਆਂ ਜਾਂਦੀਆਂ ਅੰਗਰੇਜ਼ਾਂ ਦੇ ਸਮੇਂ, ਸਗੋਂ ਉਹਨਾਂ ਦੇ ਕਮਰਿਆਂ ਦੇ ਵਿੱਚ ਉੱਥੇ ਪਲੇਟਾਂ ਦੇ ਵਿੱਚ ਉਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਸੀ। ਮੈਸ ਵਗੈਰਾ ਨਹੀਂ ਸੀ ਉਹਨਾਂ ਨੂੰ ਬੈਠਣ ਦਿੱਤਾ ਜਾਂਦਾ, ਤੇ ਉਹਦੇ ਮੰਜੇ ਹੇਠਾਂ ਵੀ ਉਹ ਰੋਟੀ ਉਹਦੀ ਢਕੀ ਪਈ ਹੁੰਦੀ ਸੀ। ਗਰਾਊਂਡ 'ਚੋਂ ਆਉਂਦਾ ਥੱਕਿਆ ਟੁੱਟਿਆ ਤੇ ਆ ਕੇ ਉਹ ਰੋਟੀ, ਸੁੱਕੀ ਰੋਟੀ ਖਾ ਕੇ ਸੌਂ ਜਾਂਦਾ ਸੀ। ਹੌਲੀ ਹੌਲੀ ਉਹਦੀ ਦੌੜ ਤੇਜ਼ ਹੁੰਦੀ ਗਈ, ਸਰੀਰ ਜ਼ੋਰ ਫੜਦਾ ਗਿਆ ਤੇ ਦਮ ਹੋਰ ਪੱਕਦਾ ਗਿਆ। ਹੁਣ ਉਹਦੇ ਸਰੀਰ ਦੇ ਅੰਦਰ ਮਜ਼ਬੂਤੀ ਆਉਣੀ ਸ਼ੁਰੂ ਹੋ ਗਈ ਤੇ ਉਹਨੂੰ ਦੌੜਨ ਦਾ ਜਿਹੜਾ ਅਭਿਆਸ ਸੀ ਉਹ ਹੋ ਚੁੱਕਾ ਸੀ। ਦਮ ਪੱਕਦਾ ਗਿਆ। ਦਮ ਪੱਕਣਾ, ਸਾਹ ਪੱਕਣਾ। ਠੀਕ, ਦੌੜਨ ਵਾਲੇ ਵਿਅਕਤੀ ਦਾ ਸਾਹ ਜਿਹੜਾ ਉਹ ਬਹੁਤ ਪੱਕਿਆ ਹੋਣਾ ਚਾਹੀਦਾ, ਮਤਲਬ ਸਾਹ ਟੁੱਟਣਾ ਨਹੀਂ ਚਾਹੀਦਾ, ਉਹਦੇ ਵਿੱਚ ਸਟੈਮਿਨਾ ਹੋਣਾ ਚਾਹੀਦਾ, ਜਿਹਨੂੰ ਆਪਾਂ ਸਟੈਮਿਨਾ ਕਹਿੰਦੇ ਹਾਂ। ਆਪਣੇ ਸੈਂਟਰ ਦੇ ਦੌੜ ਮੁਕਾਬਲਿਆਂ ਤੋਂ ਲੈ ਕੇ ਸਮੁੱਚੀ ਫੌਜ ਦੇ ਦੌੜ ਮੁਕਾਬਲਿਆਂ ਵਿੱਚ ਉਹ ਮੋਹਰੇ ਆਉਣ ਲੱਗਾ। ਕੁਝ ਆਪਣੇ ਜਿਹੜੇ ਇਲਾਕੇ ਦੇ ਵਿੱਚ ਉਹ ਦੌੜ ਮੁਕਾਬਲੇ ਜਿੱਤਦਾ ਉਹ, ਤੇ ਜਾਂ ਫਿਰ ਉਹ ਪੂਰੀ ਫੌਜ ਦੇ ਵਿੱਚ ਜਿਹੜੇ ਮੁਕਾਬਲੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਹੁਣ ਉਹ ਸਭ ਤੋਂ ਮੋਹਰਲੀ ਪੋਜੀਸ਼ਨ ਹਾਸਲ ਕਰਨ ਲੱਗ ਪਿਆ ਸੀ। ਉਨੀ ਦਿਨੀ ਭਾਰਤੀ ਫੌਜ ਦੇ ਦੋ ਹੋਰ ਵਧੀਆ ਦੌੜਾਕ ਸਨ, ਜੋਗਿੰਦਰ ਸਿੰਘ ਤੇ ਸੋਹਣ ਸਿੰਘ। ਨੋਟ ਕਰੋ, ਜੋਗਿੰਦਰ ਸਿੰਘ ਤੇ ਸੋਹਣ ਸਿੰਘ, ਉਹ ਵੀ ਭਾਰਤੀ ਫੌਜ ਦੇ ਦੌੜਾਕ ਸੀ। ਤੇ ਉਹਨਾਂ ਨੂੰ ਹੁਣ ਇਹ ਡਰ ਪੈਣਾ ਸ਼ੁਰੂ ਹੋ ਗਿਆ ਕਿ ਮਿਲਖਾ ਸਿੰਘ ਜਿਹੜਾ ਉਹ ਸਾਡੇ ਬਰਾਬਰ ਦੌੜਨਾ ਸ਼ੁਰੂ ਕਰ ਦੇਵੇਗਾ। ਉਹ ਕਿਸੇ ਨਾ ਕਿਸੇ ਹੀਲੇ ਵਸੀਲੇ ਮਿਲਖਾ ਸਿੰਘ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਵਿੱਚ ਲੱਗੇ ਰਹੇ। ਉਹਨਾਂ ਨੇ ਨਵੇਂ ਉੱਠਦੇ ਮਿਲਖਾ ਸਿੰਘ ਨੂੰ ਹਮੇਸ਼ਾ ਦਬਾਉਣ ਦੀ ਹੀ ਕੋਸ਼ਿਸ਼ ਕੀਤੀ, ਪਰ ਮਿਲਖਾ ਸਿੰਘ ਉਹਨਾਂ ਦੀ ਈਰਖਾ ਤੋਂ ਨਿਰਲੇਪ ਆਪਣੀ ਧੁਨ ਵਿੱਚ ਲੱਗਾ ਰਿਹਾ। ਆਪਣੀ ਧੁਨ ਵਿੱਚ ਲੱਗੇ ਰਹਿਣਾ ਮੁਹਾਵਰਾ ਆ ਜੀ, ਕੀ ਮਤਲਬ ਹੈ? ਯੈਸ, ਹਾਂਜੀ ਦਿਵੈਂਸ਼ੀ, ਆਪਣੀ ਧੁਨ ਵਿੱਚ ਲੱਗੇ ਰਹਿਣਾ। ਕਿੱਥੇ ਪੜ੍ਹ ਰਹੀ ਹਾਂ ਮੈਂ? ਪੇਜ ਨੰਬਰ 77 ਤੇ, ਪਤਾ ਹੈ ਕਿ ਨਹੀਂ? ਯੈਸ, ਹਾਂਜੀ, ਕੌਣ ਦੱਸੇਗਾ? ਆਪਣੀ ਧੁਨ ਵਿੱਚ ਲੱਗੇ ਰਹਿਣਾ। ਯੈਸ, ਆਪਣੇ ਆਪ ਦੇ ਵਿੱਚ ਮਸਤ ਰਹਿਣਾ। ਉਹ ਉਹਨਾਂ ਤੋਂ ਬੇਖਬਰ ਸੀ। ਕਿਹਨਾਂ ਤੋਂ ਬੇਖਬਰ ਸੀ? ਜੋਗਿੰਦਰ ਸਿੰਘ ਤੇ ਸੋਹਣ ਸਿੰਘ, ਜਿਹੜੇ ਭਾਰਤੀ ਫੌਜ ਦੇ ਵਿੱਚ ਹੋਰ ਉਹਦੇ ਪੈਰਲਰ ਦੌੜਾਕ ਸਨ, ਪ੍ਰਸਿੱਧ ਦੌੜਾਕ ਸਨ, ਐਥਲੀਟ ਸਨ। ਉਹਨਾਂ ਤੋਂ, ਉਹਨਾਂ ਦੇ ਡਰ ਤੋਂ ਮੁਕਤ ਹੋ ਕੇ ਉਹ ਆਪਣਾ ਅਭਿਆਸ ਕਰਦਾ ਰਿਹਾ। ਬੇਟਾ ਸੁਣੋ, ਧਿਆਨ ਦੇ ਨਾਲ ਸੁਣ ਨਹੀਂ ਰਹੇ ਹੋ ਮੈਨੂੰ ਲੱਗਦਾ। ਪਰ ਉਹ ਮਿਲਖਾ ਸਿੰਘ ਗਰਾਊਂਡ ਉਹਦੇ ਲਈ, ਯੈਸ ਇਹ ਇੰਪੋਰਟੈਂਟ ਲਾਈਨ ਹੈ ਇਹ, ਗਰਾਊਂਡ ਉਹਦੇ ਲਈ ਰੱਬ ਘਰ ਬਣ ਗਿਆ ਤੇ ਦੌੜਨਾ ਨਿਤਨੇਮ। ਨੋਟ ਕਰੋ, ਨੋਟ ਕਰੋ ਇਸ ਚੀਜ਼ ਨੂੰ। ਦੌੜਨਾ ਉਹਦੇ ਲਈ ਰੱਬ ਘਰ ਬਣ ਗਿਆ। ਰੱਬ ਘਰ ਕੀ ਹੈ? ਤੀਰਥ ਸਥਾਨ, ਜਿੱਥੇ ਵਿਅਕਤੀ ਹਰ ਰੋਜ਼ ਜਾਂਦਾ ਆ, ਆਪਣੀ ਪਾਠ ਪੂਜਾ ਕਰਦਾ ਆ। ਠੀਕ, ਤੇ ਦੌੜਨਾ ਕੀ ਬਣ ਗਿਆ? ਉਹਦਾ ਨਿਤਨੇਮ। ਨਿਤਨੇਮ ਕੀ ਹੈ? ਰੋਜ਼ ਦਾ ਜਿਹੜਾ ਅਸੀਂ ਅਭਿਆਸ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਜਿਹੜੇ ਰੋਜ਼ ਦੇ ਕੰਮ ਕਰਦੇ ਹਾਂ। ਨੇਮ ਕੀ ਹੈ? ਨਿਯਮ, ਰੂਲ। ਨਿਤ ਕੀ ਹੈ? ਰੋਜ਼, ਨਿਤਨੇਮ। ਠੀਕ ਹੈ, ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਨਿਤਨੇਮ ਬਾਣੀਆਂ ਦਾ ਪਾਠ ਕਰਨ ਦਾ ਆਦੇਸ਼ ਦਿੱਤਾ ਜਾਂਦਾ ਹੈ ਕਿ ਡੇਲੀ ਤੁਸੀਂ 5 ਬਾਣੀਆਂ ਦਾ ਪਾਠ ਕਰਨਾ। ਉਸੇ ਤਰ੍ਹਾਂ ਹੁਣ ਮਿਲਖਾ ਸਿੰਘ ਨੇ ਆਪਣਾ ਨਿਤਨੇਮ ਕੀ ਬਣਾ ਲਿਆ ਸੀ ਕਿ ਰੋਜ਼ ਉਹਨੇ ਦੌੜਨ ਦਾ ਅਭਿਆਸ ਕਰਨਾ ਹੀ ਕਰਨਾ ਆ, ਤੇ ਗਰਾਊਂਡ ਨੂੰ ਹੀ ਉਹ ਪੂਜਦਾ ਸੀ ਰੱਬ ਦਾ ਘਰ ਸਮਝ ਕੇ। ਮੰਦਿਰ ਹੋਵੇ, ਮਸੀਤ ਹੋਵੇ ਜਾਂ ਮਸਜਿਦ, ਗੁਰਦੁਆਰਾ ਹੋਵੇ, ਕਿਤੇ ਵੀ। ਦੌੜਦਿਆਂ ਵਧੇਰੇ ਜ਼ੋਰ ਲੱਗਣ ਨਾਲ ਉਹ ਕਈ ਵਾਰ ਬੇਹੋਸ਼ ਵੀ ਹੋਇਆ। ਬੇਹੋਸ਼ ਕਿਉਂ ਹੋਇਆ ਸੀਗਾ? ਕਿ ਉਹ ਸਰੀਰਕ ਪੱਖੋਂ ਮਤਲਬ ਕਮਜ਼ੋਰ ਜਿਹਾ ਸੀ, ਜ਼ਿਆਦਾ ਨਹੀਂ ਸੀ ਮਜ਼ਬੂਤ ਅੰਦਰੂਨੀ ਤੌਰ 'ਤੇ, ਪਰ ਫਿਰ ਵੀ ਉਹ ਆਪਣੀ ਇਸ ਬੇਹੋਸ਼ੀ ਨੂੰ ਕਮਜ਼ੋਰੀ ਨਹੀਂ ਉਹਨੇ ਬਣਾਇਆ। ਇਸ ਦੇ ਬਾਵਜੂਦ ਵੀ ਉਸਨੇ ਦੌੜਨਾ ਜਾਰੀ ਰੱਖਿਆ ਸੀ। ਹੁਣ ਅੱਗੋਂ ਉਹਦਾ ਜਿਹੜਾ ਮੇਨ ਕਰੀਅਰ ਆ ਉਹ ਸ਼ੁਰੂ ਹੋਇਆ ਕਦੋਂ? 1956 ਦੇ ਵਿੱਚ। ਇਹ ਇੰਪੋਰਟੈਂਟ ਪੈਰਾਗ੍ਰਾਫ ਆ, ਨੋਟ ਕਰ ਲਓ ਇਸ ਚੀਜ਼ ਨੂੰ। 1956 ਵਿੱਚ ਮੈਲਬੌਰਨ ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਟੀਮ ਲਈ ਚੁਣਿਆ ਗਿਆ। ਮੈਲਬੌਰਨ ਦੇ ਵਿੱਚ ਉਹ ਭਾਰਤੀ ਟੀਮ ਦੇ ਲਈ ਉਹਨੂੰ ਸਿਲੈਕਸ਼ਨ ਕੀਤੀ ਗਈ। ਉਹਦੀ ਖੇਡਾਂ ਦੀ ਰੰਗ ਬਰੰਗੀ ਤੇ ਵਿਸ਼ਾਲ ਦੁਨੀਆ ਦਾ ਅਸਲੀ ਪਤਾ
ਉਹਨੂੰ ਮੈਲਬੌਰਨ ਜਾ ਕੇ ਹੀ ਲੱਗਾ। ਜਦੋਂ ਉਹਨੂੰ ਇਹ ਪਤਾ ਲੱਗਾ ਕਿ ਖਿਡਾਰੀਆਂ ਦੇ ਵਿੱਚ ਇੱਦਾਂ ਦੇ ਕੰਪੀਟੀਸ਼ਨ ਵੀ ਕਰਵਾਏ ਜਾਂਦੇ ਨੇ, ਇੱਦਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਨੇ, ਤਾਂ ਉਸ ਵੇਲੇ ਉਸ ਨੂੰ ਇਹ ਸਮਝ ਆਈ ਕਿ ਇਹ ਦੌੜਨ ਦੇ ਖੇਤਰ ਦੇ ਵਿੱਚ ਅਸੀਂ ਆਪਣਾ ਵਧੀਆ ਕਰੀਅਰ ਜਿਹੜਾ ਆ ਉਹ ਭਵਿੱਖ ਜਿਹੜਾ ਆ ਬਣਾ ਸਕਦੇ ਹਾਂ। ਹੁਣ ਉੱਥੋਂ ਦਾ ਉਹਨੇ ਆਲੇ ਦੁਆਲੇ ਦਾ ਵਾਤਾਵਰਣ ਵੀ ਦੇਖਿਆ ਕਿ ਖਿਡਾਰੀਆਂ ਨੂੰ ਇੰਨੀਆਂ ਵਧੀਆ ਸਹੂਲਤਾਂ ਮਿਲਦੀਆਂ ਨੇ। ਭਾਰਤ ਦੇ ਵਿੱਚ ਉਸ ਸਮੇਂ ਸਹੂਲਤਾਂ ਨਹੀਂ ਸਨ ਮਿਲਦੀਆਂ, ਉਦੋਂ ਇੰਨੇ ਵਧੀਆ ਟਰੈਕ ਜਿਹੜੇ ਸੀ ਖਿਡਾਰੀਆਂ ਲਈ ਦੌੜਨ ਲਈ ਨਹੀਂ ਸਨ ਬਣੇ ਹੋਏ। ਉਹ ਵਿਸ਼ਾਲ ਸਟੇਡੀਅਮ ਵੇਖ ਕੇ ਹੈਰਾਨ ਰਹਿ ਗਿਆ। ਕਿੱਥੋਂ ਦਾ? ਮੈਲਬੌਰਨ ਦਾ। ਇੰਪੋਰਟੈਂਟ ਹੈ ਬੇਟਾ, ਇਸ ਨੂੰ ਨੋਟ ਕਰ ਲਿਓ, ਕੁਐਸਚਨ ਦੇ ਵਿੱਚ ਇਹ ਲਿਖਣੀਆਂ ਆ ਲਾਈਨਾਂ। ਜੇਤੂਆਂ ਦਾ ਸ਼ਾਹੀ ਸਨਮਾਨ ਉਹਦੇ ਅੰਦਰ ਕੁੱਤ-ਕੁਤਾੜੀਆਂ ਕੱਢਣ ਲੱਗਾ। ਕੁੱਤ-ਕੁਤਾੜੀਆਂ, ਜਦੋਂ ਅਸੀਂ ਕੁੱਤ-ਕੁੱਤੀਆਂ ਕਿਸੇ ਨੂੰ ਕੱਢਦੇ ਹਾਂ ਹੱਥ ਦੇ ਨਾਲ ਬੋਡੀ ਦੇ, ਕਹਿਣ ਤੋਂ ਭਾਵ ਕੀ ਹੈ ਕਿ ਉਹਦੇ ਅੰਦਰ ਵੀ ਇਹ ਜਿਹੜੀ ਚਿੰਗਾਰੀ ਹੈ ਉਹ ਲੱਗਣੀ ਸ਼ੁਰੂ ਹੋ ਗਈ ਕਿ ਖਿਡਾਰੀਆਂ ਦਾ ਇੰਨਾ ਵਧੀਆ ਸਨਮਾਨ ਕੀਤਾ ਜਾਂਦਾ ਆ। ਸਾਡੇ ਭਾਰਤ ਦੇ ਵਿੱਚ ਤਾਂ ਕਦੀ ਵੀ ਨਹੀਂ ਖਿਡਾਰੀਆਂ ਨੂੰ ਇੰਨੀ ਇੰਪੋਰਟੈਂਸ ਦਿੱਤੀ ਜਾਂਦੀ ਜਿੰਨੀ ਇਹ ਬਾਹਰਲੇ ਦੇਸ਼ਾਂ ਦੇ ਵਿੱਚ ਹੁੰਦੀ ਹੈ, ਰਾਈਟ। ਉੱਥੇ ਉਹ ਭਾਵੇਂ ਦੌੜਾਂ ਵਿੱਚ ਹਾਰ ਗਿਆ ਸੀ। ਹੁਣ ਇਹ ਪਹਿਲੀਆਂ ਜਦੋਂ ਇਹ ਦੌੜਾਂ ਉਹਨੇ ਖੇਡੀਆਂ ਉੱਥੇ ਉਹ ਹਾਰ ਗਿਆ ਸੀ, ਪਰ ਅਗਾਂਹ ਜਿੱਤਣ ਲਈ ਇੱਕ ਨਵਾਂ ਉਤਸ਼ਾਹ ਲੈ ਕੇ ਮੁੜਿਆ। ਜਦੋਂ ਭਾਰਤ ਆਇਆ ਤਾਂ ਉਹ ਆਪਣੇ ਅੰਦਰ ਇੱਕ ਜਿੱਤਣ ਦੀ ਇੰਸਪੀਰੇਸ਼ਨ ਲੈ ਕੇ ਪਹੁੰਚਿਆ ਸੀ। ਹੁਣ ਉਸ ਤੋਂ ਬਾਅਦ ਫਿਰ ਜਦੋਂ ਟੋਕੀਓ ਵਿੱਚ ਤੀਜੀਆਂ ਏਸ਼ੀਆਈ ਖੇਡਾਂ 1958 ਵਿੱਚ ਹੋਈਆਂ, ਉੱਥੇ ਮਿਲਖਾ ਸਿੰਘ ਸਭ ਤੋਂ ਤਕੜਾ ਐਥਲੀਟ ਸਿੱਧ ਹੋਇਆ। ਪਾਕਿਸਤਾਨ ਦਾ ਅਬਦੁਲ ਖਾਲਿਦ 200 ਮੀਟਰ ਦੀ ਦੌੜ ਦਾ ਇੱਕ ਤੇਜ਼ ਤਰਾਰ ਦੌੜਾਕ ਸੀ। ਨੋਟ ਕਰੋ ਇਸ ਲਾਈਨ ਨੂੰ। ਪਾਕਿਸਤਾਨ ਦਾ 200 ਮੀਟਰ ਦੌੜ ਦੌੜਨ ਵਾਲਾ ਗਰਾਊਂਡ ਦਾ ਅੱਧਾ ਟਰੈਕ 200 ਮੀਟਰ ਦੀ ਦੌੜ ਹੁੰਦੀ ਹੈ, ਠੀਕ। ਇੱਕ ਵਾਰੀ ਇੱਧਰ ਨੂੰ ਗਏ ਤੇ ਦੂਜੀ ਵਾਰੀ ਉੱਧਰੋਂ ਵਾਪਸ ਮੁੜੇ, ਸਿੱਧੀ 100 ਮੀਟਰ, ਉੱਧਰੋਂ ਵਾਪਸ ਆਏ 200 ਮੀਟਰ, ਤੇ ਜਦੋਂ ਗਰਾਊਂਡ ਦਾ ਵੱਡੀ ਦਾ ਪੂਰਾ ਚੱਕਰ ਲਗਾਉਣਾ ਉਹ ਕੀ ਹੈ 400 ਮੀਟਰ ਦੀ ਦੌੜ। ਉੱਥੇ ਇਹ ਕਹਿੰਦੇ ਕਿ ਅਬਦੁਲ ਖਾਲਿਦ ਜਿਹੜਾ ਸੀ ਉਹ ਬੜਾ ਹੀ ਪਪੂਲਰ ਖਿਡਾਰੀ ਮੰਨਿਆ ਜਾਂਦਾ ਸੀ। ਦੌੜ ਤੋਂ ਪਹਿਲਾਂ ਉਹ ਮਿਲਖਾ ਸਿੰਘ ਦੇ ਨਾਲ ਉਹਦੀ ਜਾਣ ਪਛਾਣ ਕਰਾਈ ਗਈ ਤਾਂ ਉਹਨੇ ਆਮ ਪੰਜਾਬੀਆਂ ਵਾਂਗ ਫੜ ਮਾਰੀ। ਫੜ ਮਾਰਨੀ ਐਵੇਂ ਹੀ ਹਵਾ ਦੇ ਵਿੱਚ ਗੱਲ ਕਰਨੀ। ਕਿਹਨੇ ਮਾਰੀ ਫੜ? ਮਿਲਖਾ ਨੇ, ਅਬਦੁਲ ਖਾਲਿਦ ਨੇ। ਪਾਕਿਸਤਾਨ ਦੇ ਖਿਡਾਰੀ ਨੇ ਮਿਲਖਾ ਸਿੰਘ ਨੂੰ ਦੇਖ ਕੇ ਉਹਨੇ ਕੀ ਕਿਹਾ, ਦੇਖੋ ਸ਼ਬਦ ਕੀ ਬੋਲੇ। ਕਹਿੰਦਾ ਇਸ ਸਿੱਖੜੇ ਨੇ ਮੇਰਾ ਧੱਕਾ ਕਿੱਥੋਂ ਸਹਿਣਾ ਹੈ। ਸਿੱਖੜਾ ਉਹਨੂੰ ਸਰਦਾਰ ਨੂੰ ਬੋਲਿਆ, ਕੌਣ? ਮਿਲਖਾ ਸਿੰਘ ਨੂੰ। ਸਿਰ ਤੇ ਬਾਲ ਸਨ, ਜੂੜਾ ਕੀਤਾ ਹੋਇਆ ਸੀ ਤੇ ਉਹਦਾ ਫਿਜ਼ੀਕਲ ਸਟਰਕਚਰ, ਬਾਡੀ ਸਟਰਕਚਰ ਦੇਖ ਕੇ ਉਹਨੂੰ ਇੱਕ ਤਾਨਾ ਜਿਹਾ ਮਾਰਿਆ, ਮਿਹਣਾ ਜਿਹਾ ਮਾਰਿਆ ਕਿ ਇਸ ਮਾੜਕੂ ਜਿਹੇ ਬੰਦੇ ਨੇ ਮੇਰਾ ਧੱਕਾ ਮਤਲਬ ਮੇਰਾ ਮੁਕਾਬਲਾ ਕਿੱਥੋਂ ਸਹਿ ਲੈਣਾ ਹੈ। ਇਹ ਸੁਣ ਕੇ ਮਿਲਖਾ ਸਿੰਘ ਗੁੱਸੇ ਨੂੰ ਅੰਦਰੋਂ ਅੰਦਰੀ ਪੀ ਗਿਆ। ਉਸ ਨੂੰ ਗੁੱਸਾ ਤਾਂ ਬਹੁਤ ਲੱਗਾ ਪਰ ਉਹ ਅੰਦਰੋਂ ਅੰਦਰੀ ਹੀ ਉਸ ਗੁੱਸੇ ਨੂੰ ਕਾਬੂ ਵਿੱਚ ਕਰ ਗਿਆ। ਮਿਲਖਾ ਸਿੰਘ ਤੇ ਅਬਦੁਲ ਖਾਲਿਦ ਵਿੱਚੋਂ ਜਿਹੜਾ ਵੀ ਉਹ ਇਸ ਦੌੜ ਨੂੰ ਜਿੱਤ ਜਾਂਦਾ ਉਹੀ ਏਸ਼ੀਆ ਦਾ ਸਭ ਤੋਂ ਤਕੜਾ ਐਥਲੀਟ ਮੰਨਿਆ ਜਾਣਾ ਸੀ। ਅਖਬਾਰਾਂ ਵਿੱਚ ਕਈ ਤਰ੍ਹਾਂ ਦੇ ਕਿਆਸ ਸਨ ਤੇ ਅਨੇਕਾਂ ਸ਼ਰਤਾਂ ਲੱਗੀਆਂ ਸਨ। ਫਿਰ ਉਸ ਸਮੇਂ ਅਖਬਾਰਾਂ ਦੇ ਵਿੱਚ ਵੀ ਇਹ ਅੰਦਾਜ਼ੇ, ਅਨੁਮਾਨ ਲੱਗਣੇ ਸ਼ੁਰੂ ਹੋ ਗਏ ਕਿ ਇਹਨਾਂ ਦੌੜਾਂ ਦੇ ਵਿੱਚ ਕੌਣ ਜਿੱਤੇਗਾ। ਦੋਹਾਂ ਨੇ ਇੱਕੋ ਸਮੇਂ ਫੀਤੇ ਨੂੰ ਛੂਹਿਆ। ਫੀਤੇ ਨੂੰ ਛੂਹਿਆ, ਕਿਹੜੇ ਫੀਤੇ ਨੂੰ? ਹਾਂਜੀ, ਜਿਹੜਾ ਫਿਨਿਸ਼ਿੰਗ ਲਾਈਨ ਹੁੰਦੀ ਹੈ, ਫਿਨਿਸ਼ਿੰਗ ਟੱਚ ਹੁੰਦਾ, ਜਿੱਥੇ ਜਾ ਕੇ ਦੌੜਾਕ ਨੇ ਆਪਣਾ ਐਂਡ ਵਾਲਾ ਸਟੈਪ ਜਿਹੜਾ ਹੈ ਉਹ ਰੱਖਣਾ ਹੁੰਦਾ ਹੈ, ਖ਼ਤਮ ਕਰਨਾ ਹੁੰਦਾ ਹੈ। ਜਿਹੜਾ ਰੀਬਨ ਬੰਨਿਆ ਹੁੰਦਾ ਆ, ਵੈਸੇ ਫੀਤਾ ਜਿਹੜਾ ਅਸੀਂ ਇੰਚ ਟੇਪ ਨੂੰ ਵੀ ਬੋਲ ਦਿੰਦੇ ਆ, ਜਿਹੜਾ ਆਮ ਅਸੀਂ ਮੈਜਰਮੈਂਟ ਕਰਨ ਲਈ ਕੱਪੜਾ ਵਗੈਰਾ ਮਾਪਣ ਦੇ ਲਈ ਵਰਤਦੇ ਆ, ਤੇ ਉਹ ਰੀਬਨ ਨੂੰ ਵੀ ਬੋਲਿਆ ਜਾਂਦਾ, ਜਿਹੜੀ ਬਾਉਂਡਰੀ ਲਾਈਨ ਉਹਨਾਂ ਨੇ ਬਣਾਈ ਹੁੰਦੀ ਹੈ। ਹੁਣ ਇਹ ਅਬਦੁਲ ਖਾਲਿਦ ਤੇ ਮਿਲਖਾ ਸਿੰਘ ਦੋਵੇਂ ਇਕੱਠੇ ਜਾ ਕੇ ਉਸ ਫੀਤੇ ਨੂੰ ਟੱਚ ਕੀਤੇ, ਪਰ ਬਾਅਦ ਦੇ ਵਿੱਚ ਕੀ ਹੋਇਆ, ਕਹਿੰਦੇ ਕਿ ਦੌੜ ਦੇ ਅੰਤ ਦੀ ਫੋਟੋ ਦੇਖਣ ਉਪਰੰਤ ਫਿਰ ਜਦੋਂ ਰੀਕੈਪ ਕਰਦੇ ਆ, ਦੇਖਦੇ ਆ, ਉਦੋਂ ਸ਼ਾਇਦ ਰੀਕੈਪ ਤਾਂ ਨਹੀਂ ਹੋਏਗਾ ਪਰ ਉਹਨਾਂ ਨੇ ਫੋਟੋ ਵਗੈਰਾ ਜਿਹੜੀਆਂ ਖਿੱਚੀਆਂ ਹੋਣਗੀਆਂ ਉਹ ਦੇਖੀਆਂ ਹੋਣਗੀਆਂ। ਉਹਦੇ ਵਿੱਚ ਇਹ ਕਿਹਾ ਜਾਂਦਾ ਹੈ, ਉਸ ਸਮੇਂ ਸੁਣਨ ਵਿੱਚ ਆਉਂਦਾ ਸੀ ਕਿ ਜਿਹੜਾ ਅਬਦੁਲ ਖਾਲਿਦ ਸੀ ਉਹਦਾ ਇੱਕ ਸਟੈਪ ਜਿਹੜਾ ਉਹਦੇ ਤੋਂ ਪਿੱਛੇ ਸੀ ਮਿਲਖਾ ਸਿੰਘ ਤੋਂ, ਤੇ ਮਿਲਖਾ ਸਿੰਘ ਅੱਗੇ ਸੀ। ਇਸ ਕਰਕੇ ਉਸ ਨੂੰ ਪ੍ਰਥਮ ਐਲਾਨਿਆ ਗਿਆ। ਪਹਿਲੇ ਸਥਾਨ ਤੇ ਕਿਹਦਾ ਨਾਮ ਆਇਆ? ਮਿਲਖਾ ਸਿੰਘ ਦਾ। ਸਾਰਾ ਸਟੇਡੀਅਮ ਹੱਲਾਸ਼ੇਰੀ ਵਿੱਚ ਗੂੰਜ ਉੱਠਿਆ। ਮਿਲਖਾ ਸਿੰਘ ਦੇ ਖੁਸ਼ੀ ਨਾਲ ਹੰਝੂ ਵਹਿ ਨਿਕਲੇ।
ਅਖਬਾਰਾਂ ਦੇ ਨੁਮਾਇੰਦਿਆਂ ਨੇ ਉਹਨੂੰ ਘੇਰ ਲਿਆ। ਕੈਮਰੇ ਦੀਆਂ ਅੱਖਾਂ ਜਗਣ ਬੁਝਣ ਲੱਗੀਆਂ। ਆਲੇ ਦੁਆਲੇ ਉਹਦੀਆਂ ਬਹੁਤ ਸਾਰੀਆਂ ਫੋਟੋ ਵਗੈਰਾ ਤਸਵੀਰਾਂ ਵਗੈਰਾ ਜਿਹੜੀਆਂ ਖਿੱਚੀਆਂ ਜਾਣ ਲੱਗੀਆਂ। ਜੋ ਗੱਲ ਖੁਆਬ ਵਿੱਚ ਨਹੀਂ ਸੀ ਅੱਜ ਹਕੀਕਤ ਬਣ ਗਈ। ਠੀਕ ਕਿ ਅੱਜ ਉਸਨੇ ਜਦੋਂ ਇਹ ਦੌੜ ਬਹੁਤ ਵੱਡੀ ਦੌੜ ਜਿੱਤ ਪ੍ਰਾਪਤ ਕੀਤੀ ਦੌੜ ਦੇ ਵਿੱਚ ਤਾਂ ਉਹ ਉਸਨੂੰ ਇੱਕ ਹਕੀਕਤ ਬਣਦੀ ਨਜ਼ਰ ਆਈ। ਜਾਪਾਨ ਦਾ ਸ਼ਹਿਨशाह ਉਸ ਨੂੰ ਇਨਾਮ ਦੇ ਰਿਹਾ ਸੀ। ਟੋਕੀਓ ਦੇ ਵਿੱਚ ਇਹ ਖੇਡਾਂ ਹੋਈਆਂ ਸੀ, ਤੀਜੀਆਂ ਏਸ਼ੀਆਈ ਖੇਡਾਂ, ਯਾਦ ਰੱਖਣਾ ਆ। ਤੇ ਜਾਪਾਨ ਦੇ ਰਾਜੇ ਨੇ ਉਹਨੂੰ ਸਨਮਾਨ ਕੀਤਾ। ਅਗਲੇ ਦਿਨ ਦੁਨੀਆ ਵਿੱਚ ਮਿਲਖਾ ਸਿੰਘ ਹੋਣੀ ਸ਼ੁਰੂ ਹੋ ਗਈ। 1958 ਤੋਂ 60 ਤੱਕ ਉਹ ਇੰਨਾ ਘੁੰਮਿਆ ਕਿ ਵਤਨ ਲਈ ਤਰਸ ਜਾਂਦਾ। ਹੁਣ ਉਹ ਬਾਹਰਲੀਆਂ ਕੰਟਰੀਆਂ ਦੀ ਹੀ ਸੈਰ ਕਰਦਾ ਰਹਿੰਦਾ ਸੀ। ਭਾਰਤ ਦੇ ਵਿੱਚ ਬਹੁਤ ਘੱਟ ਸਮਾਂ ਆਉਂਦਾ ਸੀ ਤੇ ਉਸ ਨੂੰ ਇਹ ਵੀ ਲੱਗਣਾ ਸ਼ੁਰੂ ਹੋ ਗਿਆ ਸੀ ਕਿ ਕਦੋਂ ਉਹ ਆਪਣੇ ਭਾਰਤ ਵਤਨ ਵਾਪਸ ਮੁੜੇ। ਉਦੋਂ ਉਹਦਾ ਮੁੱਖ ਟਿਕਾਣਾ ਲੰਡਨ ਹੁੰਦਾ ਸੀ। ਕਿੱਥੇ ਰਹਿੰਦਾ ਸੀ ਉਹ? ਲੰਡਨ ਦੇ ਵਿੱਚ 1956-58 ਦੇ 60 ਦੇ ਕਰੀਬ। ਪਰ ਉਹ ਲੱਭਿਆ ਨਹੀਂ ਸੀ ਲੱਭਦਾ। ਉਹ ਇਸ ਸਮੇਂ ਦੁਨੀਆ ਦੇ ਚੋਟੀ ਦੇ ਦੌੜਾਕ ਇਸ ਸਮੇਂ ਉਸਨੇ ਦੁਨੀਆ ਦੇ ਚੋਟੀ ਦੇ ਦੌੜਾਕ ਹਰਾਏ। ਫਿਰ ਇੰਡੋ ਪਾਕ ਮੀਟ ਲਾਹੌਰ ਵਿੱਚ ਹੋਈ ਮਿਲਖਾ ਸਿੰਘ ਦੀ ਮਾਤ ਭੂਮੀ ਦੇ ਨੇੜੇ। ਨੋਟ ਕਰੋ ਇਸ ਨੂੰ, ਵਨ ਵਰਡ ਕੁਐਸਚਨ ਕਿ ਇੰਡੋ ਪਾਕ ਮੀਟ ਕਿੱਥੇ ਹੋਈ ਸੀ? ਲਾਹੌਰ ਦੇ ਵਿੱਚ। ਜਾਂ ਲਾਹੌਰ ਦੇ ਵਿੱਚ ਕਿਹੜੀ ਮੀਟ ਹੋਈ ਸੀ? ਇੰਡੋ ਪਾਕ ਮੀਟ। ਇੰਡੋ ਦਾ ਮਤਲਬ ਇੰਡੀਆ, ਭਾਰਤ ਦਾ ਸ਼ਾਰਟ ਫਾਰਮ ਫੁੱਲ ਫਾਰਮ, ਔਰ ਪਾਕ ਤੋਂ ਭਾਵ ਪਾਕਿਸਤਾਨ। ਠੀਕ, ਲਾਹੌਰ ਦੇ ਵਿੱਚ ਏਸ਼ੀਆਈ ਖੇਡਾਂ ਹੋਈਆਂ। ਉੱਥੇ ਮਿਲਖਾ ਸਿੰਘ ਇੰਚਾਂ ਫੁੱਟਾਂ ਦੀ ਥਾਂ ਗਜ਼ਾਂ ਦੇ ਫਾਸਲੇ ਨਾਲ ਪ੍ਰਥਮ ਆਇਆ ਤੇ ਅਨਾਉਂਸਰ ਕਹਿਣ ਲੱਗਾ। ਹੁਣ ਇੱਥੇ ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਅਨਾਉਂਸਰ ਨੇ ਉਹਨੂੰ ਇਹ ਖਿਤਾਬ ਜਿਹੜਾ ਸੀ ਦਿੱਤਾ ਸੀ। ਮਿਲਖਾ ਸਿੰਘ ਨੇ ਇਹ ਦੌੜ ਕੇ ਨਹੀਂ ਉੱਡ ਕੇ ਪੂਰੀ ਕੀਤੀ ਹੈ। ਠੀਕ, ਉਹਨੂੰ ਇਹ ਲੱਗਿਆ ਸੀ ਕਿ ਇਸ ਦੌੜ ਦੇ ਵਿੱਚ ਮਿਲਖਾ ਸਿੰਘ ਤਾਂ ਬਹੁਤ ਤੇਜ਼ੀ ਨਾਲ ਦੌੜਿਆ ਹੈ, ਇਸ ਲਈ ਮਿਲਖਾ ਸਿੰਘ ਨੂੰ ਫਲਾਇੰਗ ਸਿੱਖ ਕਹਿਣਾ ਚਾਹੀਦਾ ਹੈ। ਉਸਨੇ ਸਿਰਫ ਚਾਹੀਦਾ ਹੈ ਹੀ ਬੋਲਿਆ ਸੀ, ਪਰ ਲੋਕ ਜਿਹੜੇ ਸੀ ਉਸ ਨੂੰ ਫਲਾਇੰਗ ਸਿੱਖ ਹੀ ਕਹਿਣ ਲੱਗ ਪਏ ਸਨ। ਫਲਾਇੰਗ ਇੰਗਲਿਸ਼ ਦਾ ਵਰਡ ਆ ਤੇ ਉੱਡਣਾ ਪੰਜਾਬੀ ਦਾ ਵਰਡ ਆ। ਉਹਦਾ ਟਰਾਂਸਲੇਟ ਕਰ ਲਿਆ ਉਹਨਾਂ ਨੇ, ਅਨੁਵਾਦ ਕਰ ਲਿਆ। ਉੱਡਣਾ ਸਿੱਖ ਮਿਲਖਾ ਸਿੰਘ, ਤੇ ਅੰਗਰੇਜ਼ੀ 'ਚ ਲਿਖਿਆ ਜਾਂਦਾ ਹੈ ਫਲਾਇੰਗ ਸਿੱਖ ਮਿਲਖਾ ਸਿੰਘ। ਉਦੋਂ ਤੋਂ ਫਲਾਇੰਗ ਸਿੱਖ ਦਾ ਖਿਤਾਬ ਮਿਲਖਾ ਸਿੰਘ ਦੇ ਨਾਮ ਨਾਲ ਜੁੜਿਆ ਆ ਰਿਹਾ ਹੈ। ਕਦੋਂ ਤੋਂ ਬੇਟਾ ਜੀ? ਇੰਡੋ ਪਾਕ ਮੀਟ ਲਾਹੌਰ ਦੀਆਂ ਖੇਡਾਂ ਦੇ ਵਿੱਚ, ਜਦੋਂ ਤੋਂ ਉਹਨੂੰ ਅਨਾਉਂਸਰ ਦੇ ਦੁਆਰਾ ਇਹ ਕਹਿਣ ਨੂੰ ਸੁਣਨ ਨੂੰ ਮਿਲਿਆ ਸੀ ਕਿ ਇਹਦੇ ਵਿੱਚ ਇਹਨੇ ਦੌੜ ਕੇ ਨਹੀਂ ਸਗੋਂ ਉੱਡ ਕੇ ਪੂਰੀ ਕੀਤੀ ਹੈ। ਇਜ਼ ਇਟ ਕਲੀਅਰ? ਬਾਅਦ ਦੇ ਵਿੱਚ ਪਦਮ ਸ਼੍ਰੀ ਦਾ ਸਨਮਾਨ ਵੀ ਉਹਨੂੰ ਮਿਲਿਆ। ਉਸਨੇ ਆਪਣੀ ਸਵੈ ਜੀਵਨੀ ਦਾ ਨਾਂ ਫਲਾਇੰਗ ਸਿੱਖ ਮਿਲਖਾ ਸਿੰਘ ਰੱਖਿਆ ਹੈ। ਨੋਟ ਕਰੋ, ਵਨ ਵਰਡ ਕੁਐਸਚਨ ਅਗੇਨ। ਮਿਲਖਾ ਸਿੰਘ ਦੀ ਸਵੈ ਜੀਵਨੀ ਦਾ ਨਾਮ ਵੀ ਕੀ ਹੈ? ਫਲਾਇੰਗ ਸਿੱਖ ਮਿਲਖਾ ਸਿੰਘ। ਸਵੈ ਜੀਵਨੀ ਕੀ ਹੁੰਦੀ ਹੈ? ਆਟੋਬਾਇਓਗ੍ਰਾਫੀ, ਜਿਸ ਨੂੰ ਕੋਈ ਵੀ ਰਾਈਟਰ, ਲੇਖਕ, ਪਰਸਨ ਜਿਹੜਾ ਆ ਆਪ ਲਿਖਦਾ ਆ। ਠੀਕ, ਜਦੋਂ ਆਪ ਅਸੀਂ ਆਪਣੀ ਜੀਵਨੀ ਲਿਖੀਏ, ਕਹਾਣੀ ਲਿਖੀਏ ਸਾਰੀ, ਉਹ ਕੀ ਹੈ? ਸਵੈ ਜੀਵਨੀ। ਓਲੰਪਿਕ ਖੇਡਾਂ ਤੋਂ ਕੁਝ ਸਮਾਂ ਪਹਿਲਾਂ ਮਿਲਖਾ ਸਿੰਘ ਨੂੰ ਭਾਰਤ ਦੇ ਫੌਜੀ ਐਥਲੀਟਾਂ ਦੀ ਟੀਮ ਦਾ ਕਪਤਾਨ ਬਣਾ ਕੇ ਯੂਰਪ ਦੇ ਦੌਰੇ ਉੱਤੇ ਭੇਜ ਦਿੱਤਾ ਗਿਆ। ਇਸ ਦੌਰੇ ਵਿੱਚ ਉਸ ਨੂੰ ਦੌੜ ਦੇ ਕਾਫੀ ਸਖਤ ਮੁਕਾਬਲੇ ਪੇਸ਼ ਆਏ। ਸਵੀਡਨ ਵਿੱਚ ਦੌੜਦਿਆਂ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ ਪਹਿਲੇ ਓਲੰਪਿਕ ਰਿਕਾਰਡ ਜਿੰਨੇ ਸਮੇਂ ਭਾਵ 45.9 ਸੈਕਿੰਡ ਦੇ ਵਿੱਚ ਪੂਰੀ ਕੀਤੀ। 9 ਨਹੀਂ ਆਉਣਾ, ਇੱਥੇ ਆਉਣਾ 6। ਠੀਕ ਹੈ, ਗਲਤੀ ਦੇ ਨਾਲ ਮੈਨੂੰ ਲੱਗਦਾ 9 ਲੱਗਾ ਹੋਇਆ। ਜਦੋਂ ਅਸੀਂ ਪਹਿਲਾਂ ਪੜ੍ਹਿਆ ਸੀ ਉੱਥੇ 45.6 ਹੈ, ਉਹਨੂੰ ਠੀਕ ਕਰ ਲਓ, ਗਲਤ ਪ੍ਰਿੰਟ ਹੋਇਆ। ਪੈਰਿਸ ਵਿੱਚ ਦੌੜਦਿਆਂ ਉਸਨੇ 45.8 ਸੈਕਿੰਡ ਦਾ ਟਾਈਮ ਕੱਢਿਆ। ਉਹਦਾ ਵਿਸ਼ਵਾਸ ਪੱਕਾ ਹੋ ਗਿਆ ਸੀ ਕਿ ਉਹ ਓਲੰਪਿਕ ਜਿੱਤ ਲਵੇਗਾ। ਉਸਨੇ ਧਾਰ ਲਿਆ ਕਿ ਉਹ ਕੇਵਲ 400 ਮੀਟਰ ਹੀ ਦੌੜੇਗਾ ਤੇ 200 ਮੀਟਰ ਛੱਡ ਦੇਵੇਗਾ। ਪਰ ਇਹ ਫੈਸਲਾ ਉਹਨੂੰ ਦਗਾ ਦੇ ਗਿਆ। ਦਗਾ ਦੇ ਦੇਣਾ, ਧੋਖਾ ਦੇ ਦੇਣਾ। ਠੀਕ, ਉਹਨੂੰ ਲੱਗਦਾ ਸੀਗਾ ਕਿ ਉਹ 200 ਮੀਟਰ ਨਹੀਂ ਦੌੜ ਸਕਦਾ, ਸਿਰਫ 400 ਮੀਟਰ ਹੀ ਦੌੜੇਗਾ। ਚਲੋ ਜੀ, ਪੀਰੀਅਡ ਅੱਜ ਦੇ